ਮੇਰੀ ਮਾਸੀ ਦਾ ਵਿਆਹ ਮੇਰੀ ਆਪਣੀ ਸਹੇਲੀ ਦੇ ਚਾਚੇ ਨਾਲ ਹੋਇਆ ਸੀ ਅਤੇ ਮੈਂ ਵੀ ਉਹਨਾਂ ਨੂੰ ਚਾਚਾ ਹੀ ਕਹਿੰਦੀ ਸੀ ਅਤੇ ਇਹ ਰਿਸ਼ਤਾ ਮੇਰੀ ਮੰਮੀ ਨੇ ਕਰਵਾਇਆ ਸੀ। ਮੇਰੀ ਸਹੇਲੀ ਵੀ ਬਰਾਤ ਵਿੱਚ ਆਈ ਹੋਈ ਸੀ। ਅਸੀਂ ਦੋਨੋਂ ਬਹੁਤ ਮਜ਼ੇ ਕਰ ਰਹੀਆਂ ਸੀ। ਮੇਰੀ ਸਹੇਲੀ ਦਾ ਨਾਮ ਹਰਲੀਨ ਹੈ। ਵਿਆਹ ਦੀਆਂ ਸਾਰੀਆਂ ਰਸਮਾਂ ਤਾਂ ਹੋ ਚੁੱਕੀਆਂ ਸਨ, ਪਰ ਅਜੇ ਵਿਦਾਈ ਨਹੀਂ ਹੋਈ ਸੀ। ਪਰ ਮੈਨੂੰ ਨਹੀਂ ਪਤਾ ਸੀ ਕਿ ਇਸ ਘਰ 'ਤੇ ਇੰਨੀ ਵੱਡੀ ਮੁਸੀਬਤ ਆਉਣ ਵਾਲੀ ਹੈ। ਜਦੋਂ ਮੈਂ ਵਿਆਹ ਦੀਆਂ ਰਸਮਾਂ ਵਿੱਚ ਮਗਨ ਸੀ ਤਾਂ ਅਚਾਨਕ ਮੇਰੀ ਮੰਮੀ ਨੇ ਮੇਰਾ ਹੱਥ ਖਿੱਚਿਆ ਅਤੇ ਮੈਨੂੰ ਇੱਕ ਕਮਰੇ ਵਿੱਚ ਲੈ ਗਈ। ਉਹਨਾਂ ਦੀਆਂ ਅੱਖਾਂ ਵਿੱਚ ਡਰ ਸੀ, ਇੱਕ ਘਬਰਾਹਟ ਜਿਹੀ ਸੀ। ਪਤਾ ਨਹੀਂ ਕੀ ਕੁਝ ਸੀ ਜਿਸ ਨੂੰ ਮੈਂ ਸਮਝ ਨਹੀਂ ਪਾ ਰਹੀ ਸੀ। ਮੰਮੀ ਇੱਧਰ ਉੱਧਰ ਦੇਖ ਰਹੀ ਸੀ, ਜਿਵੇਂ ਕੋਈ ਬਹੁਤ ਹੀ ਰਾਜ਼ ਦੀ ਗੱਲ ਹੋਵੇ ਅਤੇ ਕਿਸੇ ਨੂੰ ਦੱਸਣਾ ਨਾ ਚਾਹੁੰਦੀ ਹੋਵੇ। ਮੈਂ ਮਹਿਸੂਸ ਕੀਤਾ ਕਿ ਮੇਰੀ ਮੰਮੀ ਦੇ ਚਿਹਰੇ ਦਾ ਰੰਗ ਉੱਡ ਚੁੱਕਿਆ ਸੀ। ਘਬਰਾਹਟ ਕਰਕੇ ਉਹਨਾਂ ਨੂੰ ਦਸੰਬਰ ਦੇ ਮਹੀਨੇ ਵਿੱਚ ਪਸੀਨਾ ਆ ਰਿਹਾ ਸੀ। ਪਰ ਅਜਿਹੀ ਵੀ ਕੀ ਪਰੇਸ਼ਾਨੀ ਸੀ? ਮੈਂ ਆਪਣੇ ਮਨ ਵਿੱਚ ਸੋਚ ਰਹੀ ਸੀ। ਅੱਜ ਮੇਰੀ ਮਾਸੀ ਦਾ ਵਿਆਹ ਹੋਇਆ ਸੀ। ਮੈਂ ਬਹੁਤ ਖੁਸ਼ ਸੀ। ਮੈਂ ਇਸ ਵਿਆਹ ਦਾ ਬਹੁਤ ਇੰਤਜ਼ਾਰ ਕੀਤਾ ਸੀ। ਮਾਸੀ ਦਾ ਵਿਆਹ ਕਿਸੇ ਹੋਰ ਨਾਲ ਨਹੀਂ, ਬਲਕਿ ਮੇਰੀ ਆਪਣੀ ਸਹੇਲੀ ਦੇ ਚਾਚੇ ਨਾਲ ਹੋਇਆ ਸੀ। ਸਾਰੀਆਂ ਰਸਮਾਂ ਹੋ ਚੁੱਕੀਆਂ ਸਨ, ਪਰ ਹਲੇ ਵਿਦਾਈ ਨਹੀਂ ਹੋਈ ਸੀ। ਜਦੋਂ ਮੈਂ ਮੰਮੀ ਨੂੰ ਪੁੱਛਿਆ ਕਿ ਕੀ ਗੱਲ ਹੈ, ਤੁਸੀਂ ਇੰਨੇ ਪਰੇਸ਼ਾਨ ਕਿਉਂ ਲੱਗ ਰਹੇ ਹੋ? ਕੀ ਤੁਸੀਂ ਮਾਸੀ ਦੀ ਵਿਦਾਈ ਕਰਕੇ ਪਰੇਸ਼ਾਨ ਹੋ? ਮੰਮੀ ਨੇ ਕਿਹਾ, ਹਾਂ, ਮੈਂ ਉਸੇ ਕਰਕੇ ਪਰੇਸ਼ਾਨ ਹਾਂ, ਪਰ ਮਾਮਲਾ ਕੁਝ ਹੋਰ ਹੀ ਹੈ। ਮੈਂ ਪੁੱਛਿਆ, ਕੀ ਹੋ ਗਿਆ ਹੈ? ਤਾਂ ਉਹਨਾਂ ਨੇ ਮੇਰੇ ਕੰਨ ਵਿੱਚ ਇੱਕ ਅਜਿਹੀ ਗੱਲ ਬੋਲੀ ਜਿਸ ਨੂੰ ਸੁਣ ਕੇ ਮੇਰੀਆਂ ਅੱਖਾਂ ਅੱਗੇ ਹਨੇਰਾ ਆ ਗਿਆ। ਮੈਨੂੰ ਆਪਣੇ ਕੰਨਾਂ 'ਤੇ ਯਕੀਨ ਨਹੀਂ ਆ ਰਿਹਾ ਸੀ ਕਿ ਜੋ ਮੰਮੀ ਕਹਿ ਰਹੀ ਹੈ ਉਹ ਸੱਚ ਹੈ। ਮੇਰੀ ਮਾਸੀ ਕਿਤੇ ਗਾਇਬ ਹੋ ਗਈ ਸੀ। ਮਹਿਮਾਨ ਘਰ ਵਿੱਚ ਹੀ ਮੌਜੂਦ ਸਨ। ਮਾਸੀ ਦੀ ਵਿਦਾਈ ਹੋਣ ਵਾਲੀ ਸੀ ਅਤੇ ਇੱਧਰ ਸਾਡੇ ਉੱਤੇ ਇਹ ਕਿਆਮਤ ਦਾ ਪਹਾੜ ਟੁੱਟ ਗਿਆ ਸੀ। ਮੇਰੇ ਨਾਨਾ ਜੀ ਦੀ ਇੱਜ਼ਤ ਤੇ ਬਣ ਆਈ ਸੀ। ਉਹ ਪਹਿਲਾਂ ਹੀ ਦਿਲ ਦੇ ਮਰੀਜ਼ ਸਨ। ਉਹ ਥੋੜ੍ਹੀ ਜਿਹੀ ਵੀ ਤਕਲੀਫ ਅਤੇ ਪਰੇਸ਼ਾਨੀ ਨਹੀਂ ਸਹਿ ਸਕਦੇ ਸਨ। ਥੋੜ੍ਹੇ ਦਿਨ ਪਹਿਲਾਂ ਹੀ ਉਹ ਹਸਪਤਾਲ ਤੋਂ ਡਿਸਚਾਰਜ ਹੋ ਕੇ ਆਏ ਸਨ। ਨਾਨਾ ਜੀ ਦਾ ਘਰ ਮਹਿਮਾਨਾਂ ਅਤੇ ਬਰਾਤੀਆਂ ਨਾਲ ਭਰਿਆ ਹੋਇਆ ਸੀ ਅਤੇ ਹੁਣ ਇਹ ਮੁਸੀਬਤ ਸਿਰ ਤੇ ਆ ਗਈ ਸੀ। ਮੈਂ ਹਰਲੀਨ ਦੇ ਚਾਚਾ ਜੀ ਵੱਲ ਵੇਖਿਆ। ਉਹ ਬਹੁਤ ਖੁਸ਼ ਲੱਗ ਰਹੇ ਸਨ। ਚਾਚੇ ਦੀ ਉਮਰ 26 ਸਾਲ ਸੀ ਅਤੇ ਮੇਰੀ ਮਾਸੀ ਦੀ ਉਮਰ 24 ਸਾਲ। ਮੇਰੀ ਸਹੇਲੀ ਦੇ ਚਾਚੇ ਨੇ ਮੇਰੀ ਮਾਸੀ ਨੂੰ ਸਾਡੇ ਘਰ ਦੇਖਿਆ ਅਤੇ ਪਸੰਦ ਕਰ ਲਿਆ। ਅਕਸਰ ਮੇਰੀ ਸਹੇਲੀ ਨੂੰ ਉਸਦਾ ਚਾਚਾ ਹੀ ਸਾਡੇ ਘਰ ਛੱਡਣ ਆਉਂਦਾ ਸੀ ਅਤੇ ਇਸ ਤਰ੍ਹਾਂ ਇਹ ਰਿਸ਼ਤਾ ਹੋ ਗਿਆ। ਪਰ ਮੈਨੂੰ ਅਜਿਹਾ ਲੱਗ ਰਿਹਾ ਸੀ ਕਿ ਮੇਰੀ ਮਾਸੀ ਇਸ ਵਿਆਹ ਤੋਂ ਜ਼ਿਆਦਾ ਖੁਸ਼ ਨਹੀਂ ਸੀ। ਇਸ ਰਿਸ਼ਤੇ ਕਰਕੇ ਮੇਰੀ ਮੰਮੀ ਅਤੇ ਮਾਸੀ ਵਿੱਚ ਝਗੜਾ ਵੀ ਹੋਇਆ ਸੀ, ਪਰ ਮੈਂ ਆਪਣੀ ਦੁਨੀਆ ਵਿੱਚ ਮਗਨ ਸੀ। ਮੈਂ ਇਹਨਾਂ ਗੱਲਾਂ 'ਤੇ ਜ਼ਿਆਦਾ ਧਿਆਨ ਨਹੀਂ ਦਿੱਤਾ। ਮੇਰੀ ਉਮਰ ਹੀ ਅਜਿਹੀ ਸੀ ਕਿ ਇਹਨਾਂ ਚੀਜ਼ਾਂ 'ਤੇ ਇਸ ਉਮਰ ਵਿੱਚ ਕਿਸੇ ਕੁੜੀ ਦਾ ਧਿਆਨ ਨਹੀਂ ਜਾਂਦਾ। ਇਸ ਉਮਰ ਵਿੱਚ ਹਰ ਕੁੜੀ ਖੁਸ਼ ਰਹਿਣਾ ਚਾਹੁੰਦੀ ਹੈ, ਇਸ ਲਈ ਮੈਂ ਵੀ ਖੁਸ਼ ਸੀ ਆਪਣੀ ਜ਼ਿੰਦਗੀ ਵਿੱਚ। 17 ਸਾਲ ਦੀ ਕੁੜੀ ਨੂੰ ਭਲਾ ਘਰ ਦੇ ਮਾਮਲਿਆਂ ਵਿੱਚ ਕੀ ਦਿਲਚਸਪੀ ਹੋ ਸਕਦੀ ਸੀ? ਪਰ ਇਹ ਗੱਲ ਸੁਣ ਕੇ ਤਾਂ ਮੈਂ ਵੀ ਪਰੇਸ਼ਾਨ ਹੋ ਗਈ ਸੀ। ਹੁਣ ਕੀ ਹੋਵੇਗਾ? ਹਰਲੀਨ ਦੇ ਚਾਚਾ ਜੀ ਬਹੁਤ ਖੁਸ਼ ਸਨ। ਉਹ ਬਾਹਰ ਇੱਕ ਕੰਪਨੀ ਵਿੱਚ ਨੌਕਰੀ ਕਰਦੇ ਸਨ ਅਤੇ ਹੁਣ ਵਿਆਹ ਲਈ ਵਾਪਸ ਆਏ ਸਨ। ਸਭ ਤੋਂ ਜ਼ਿਆਦਾ ਇਸ ਰਿਸ਼ਤੇ ਲਈ ਮੈਂ ਖੁਸ਼ ਸੀ ਕਿ ਚਾਚਾ ਅਤੇ ਮੇਰੀ ਮਾਸੀ ਇੱਕ ਹੋ ਜਾਣਗੇ। ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਇਹ ਖੁਸ਼ੀ ਕੁਝ ਪਲਾਂ ਦੀ ਹੀ ਹੈ ਅਤੇ ਮੇਰੇ ਉੱਪਰ ਕਿੰਨੀ ਵੱਡੀ ਆਫ਼ਤ ਆਉਣ ਵਾਲੀ ਹੈ। ਮੰਮੀ ਨੇ ਜੋ ਗੱਲ ਮੈਨੂੰ ਕਹੀ ਸੀ, ਉਸ ਨੂੰ ਸੁਣ ਕੇ ਤਾਂ ਮੇਰੀ ਆਤਮਾ ਕੰਬ ਗਈ ਸੀ। ਮੰਮੀ ਮੈਨੂੰ ਕਹਿ ਰਹੀ ਸੀ ਕਿ ਘਰ ਮਹਿਮਾਨਾਂ ਨਾਲ ਭਰਿਆ ਹੋਇਆ ਹੈ ਅਤੇ ਤੇਰੇ ਨਾਨਾ ਜੀ ਦੀ ਤਬੀਅਤ ਵੀ ਠੀਕ ਨਹੀਂ ਹੈ ਅਤੇ ਮੈਨੂੰ ਵਿਆਹ ਵਾਲਾ ਜੋੜਾ ਪਾ ਕੇ ਚਾਚੇ ਨਾਲ ਵਿਦਾ ਹੋਣਾ ਪਵੇਗਾ। ਮੈਂ ਆਪਣੀ ਮੰਮੀ ਨੂੰ ਕਿਹਾ, ਤੁਸੀਂ ਹੋਸ਼ ਵਿੱਚ ਤਾਂ ਹੋ? ਤੁਹਾਨੂੰ ਅੰਦਾਜ਼ਾ ਵੀ ਹੈ ਕਿ ਤੁਸੀਂ ਕੀ ਕਰ ਰਹੇ ਹੋ? ਉਹ ਮੇਰੇ ਚਾਚੇ ਵਰਗੇ ਹਨ। ਇਸ ਕੰਮ ਲਈ ਤੁਹਾਨੂੰ ਮੈਂ ਹੀ ਨਜ਼ਰ ਆਈ ਹਾਂ। ਜੇਕਰ ਮਾਸੀ ਦੀ ਜਗ੍ਹਾ ਕਿਸੇ ਹੋਰ ਨੂੰ ਹੀ ਵਿਦਾ ਕਰਨਾ ਹੈ ਤਾਂ ਕਿਸੇ ਹੋਰ ਨੂੰ ਲੱਭੋ। ਮੈਂ ਗੁੱਸੇ ਵਿੱਚ ਮੰਮੀ ਨੂੰ ਕਿਹਾ, ਮੈਂ ਤਾਂ ਉਹਨਾਂ ਦੀ ਭਤੀਜੀ ਵਰਗੀ ਹਾਂ। ਮੈਨੂੰ ਅਫਸੋਸ ਹੋ ਰਿਹਾ ਹੈ ਤੁਹਾਡੀ ਇੰਨੀ ਘਟੀਆ ਸੋਚ 'ਤੇ। ਮੰਮੀ ਨੇ ਮੈਨੂੰ ਕਿਹਾ ਕਿ ਮੈਂ ਹੋਰ ਕਿਸ ਨੂੰ ਕਹਿ ਸਕਦੀ ਹਾਂ। ਇਹ ਗੱਲ ਫੈਲ ਗਈ ਤਾਂ ਤੇਰੇ ਨਾਨਾ ਜੀ ਦੀ ਅਤੇ ਤੇਰੀ ਸਹੇਲੀ ਦੇ ਚਾਚੇ ਦੀ ਬਦਨਾਮੀ ਹੋਵੇਗੀ। ਜੇਕਰ ਕਿਸੇ ਨੂੰ ਭਨਕ ਵੀ ਪੈ ਗਈ ਕਿ ਕੁੜੀ ਫੇਰਨ ਤੋਂ ਬਾਅਦ ਭੱਜ ਗਈ ਹੈ ਤਾਂ ਅਸੀਂ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਹਾਂਗੇ। ਤੇਰੀ ਮਾਸੀ ਵਿਆਹ ਵਾਲਾ ਲਹਿੰਗਾ ਉਤਾਰ ਕੇ ਕੱਪੜੇ ਬਦਲ ਕੇ ਘਰ ਤੋਂ ਭੱਜ ਗਈ ਹੈ। ਪਲੀਜ਼ ਤੂੰ ਥੋੜ੍ਹੀ ਜਿਹੀ ਮੇਰੀ ਮਦਦ ਕਰ। ਮੈਂ ਤੇਰੀ ਮਾਸੀ ਨੂੰ ਲੱਭ ਕੇ ਲੈ ਆਵਾਂਗੀ। ਮੈਨੂੰ ਪਤਾ ਹੈ ਉਹ ਕਿੱਥੇ ਹੈ, ਬਸ ਥੋੜ੍ਹਾ ਸਬਰ ਕਰ। ਮੰਮੀ ਦੀ ਗੱਲ ਸੁਣ ਕੇ ਮੈਂ ਮਨਾ ਕਰ ਦਿੱਤਾ। ਮੈਂ ਕਿਹਾ, ਮੈਂ ਬਿਲਕੁਲ ਵੀ ਅਜਿਹਾ ਨਹੀਂ ਕਰ ਸਕਦੀ। ਜੇਕਰ ਹਰਲੀਨ ਦੇ ਚਾਚਾ ਜੀ ਦੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਸ਼ਾਇਦ ਮੈਂ ਨਾਨਾ ਨਾਨੀ ਦੀ ਇੱਜ਼ਤ ਬਚਾਉਣ ਲਈ ਹਾਮੀ ਭਰ ਵੀ ਦਿੰਦੀ, ਪਰ ਤੁਸੀਂ ਤਾਂ ਸਮਝ ਹੀ ਨਹੀਂ ਰਹੇ ਹੋ। ਉਹ ਮੇਰੇ ਚਾਚੇ ਵਰਗੇ ਹਨ।
ਮੈਂ ਉਹਨਾਂ ਦੀ ਦੁਲਹਨ ਬਣ ਕੇ ਆਪਣੀ ਹੀ ਸਹੇਲੀ ਦੇ ਘਰ ਵਿੱਚ ਕਿਵੇਂ ਜਾ ਸਕਦੀ ਹਾਂ। ਇਸ ਸਭ ਦੇ ਬਾਅਦ ਮੈਂ ਆਪਣੇ ਆਪ ਨੂੰ ਕੋਸਦੀ ਰਹਾਂਗੀ। ਮੈਂ ਆਪਣੀ ਮੰਮੀ ਨੂੰ ਕਿਹਾ ਕਿ ਜੇਕਰ ਮਾਸੀ ਇਸ ਵਿਆਹ ਲਈ ਤਿਆਰ ਨਹੀਂ ਸੀ ਤਾਂ ਤੁਹਾਨੂੰ ਕੀ ਲੋੜ ਸੀ ਜ਼ਬਰਦਸਤੀ ਕਰਨ ਦੀ। ਹੁਣ ਹਰਲੀਨ ਦੇ ਚਾਚਾ ਜੀ ਦਾ ਦਿਲ ਬਹੁਤ ਬੁਰੀ ਤਰ੍ਹਾਂ ਨਾਲ ਟੁੱਟਣ ਵਾਲਾ ਹੈ। ਤਾਂ ਮੇਰੀ ਮੰਮੀ ਨੇ ਦੱਸਿਆ ਕਿ ਤੇਰੀ ਮਾਸੀ ਜਿਸ ਮੁੰਡੇ ਨੂੰ ਪਸੰਦ ਕਰਦੀ ਸੀ ਉਹ ਬਹੁਤ ਹੀ ਬੁਰਾ ਅਤੇ ਘਟੀਆ ਕਿਸਮ ਦਾ ਮੁੰਡਾ ਸੀ, ਪਰ ਤੇਰੀ ਮਾਸੀ ਦੀਆਂ ਅੱਖਾਂ ਉੱਤੇ ਪਿਆਰ ਦੀ ਪੱਟੀ ਬੰਨ੍ਹੀ ਹੋਈ ਸੀ। ਉਸਨੂੰ ਉਸ ਮੁੰਡੇ ਤੋਂ ਬਿਨਾਂ ਕੁਝ ਹੋਰ ਨਜ਼ਰ ਨਹੀਂ ਆਉਂਦਾ ਸੀ। ਹੁਣ ਤੂੰ ਆਪ ਹੀ ਦੱਸ ਕਿ ਅਸੀਂ ਕਿਵੇਂ ਉਸ ਦਾ ਵਿਆਹ ਇੱਕ ਘਟੀਆ ਇਨਸਾਨ ਨਾਲ ਕਰ ਦਿੰਦੇ। ਤਾਂ ਮੈਂ ਕਿਹਾ, ਜ਼ਬਰਦਸਤੀ ਵਿਆਹ ਕਰਵਾਉਣ ਦਾ ਨਤੀਜਾ ਵੀ ਤੁਸੀਂ ਹੁਣ ਦੇਖ ਹੀ ਰਹੇ ਹੋ। ਹੁਣ ਦੋਵੇਂ ਖਾਨਦਾਨਾਂ ਦੀ ਬਦਨਾਮੀ ਹੋਵੇਗੀ। ਮੈਂ ਮੰਮੀ ਨੂੰ ਕਿਹਾ, ਮੈਨੂੰ ਬਹੁਤ ਦੁੱਖ ਹੋ ਰਿਹਾ ਹੈ ਹਰਲੀਨ ਦੇ ਚਾਚਾ ਲਈ, ਅਤੇ ਮੈਨੂੰ ਮਾਸੀ 'ਤੇ ਵੀ ਬਹੁਤ ਗੁੱਸਾ ਆ ਰਿਹਾ ਸੀ। ਮੰਮੀ ਨੇ ਮੈਨੂੰ ਕਿਹਾ ਕਿ ਮੈਨੂੰ ਸਿਰਫ ਖਾਨਦਾਨ ਦੀ ਇੱਜ਼ਤ ਦੀ ਹੀ ਫਿਕਰ ਨਹੀਂ ਹੈ, ਬਲਕਿ ਤੇਰੇ ਨਾਨਾ ਜੀ ਦੀ ਜ਼ਿੰਦਗੀ ਦੀ ਵੀ ਫਿਕਰ ਹੈ। ਬੜੀ ਮੁਸ਼ਕਿਲ ਨਾਲ ਉਹ ਹਸਪਤਾਲ ਤੋਂ ਆਏ ਹਨ। ਜੇਕਰ ਉਹਨਾਂ ਨੂੰ ਇਹ ਗੱਲ ਪਤਾ ਲੱਗ ਗਈ ਤਾਂ ਉਹਨਾਂ ਨੂੰ ਕਿਤੇ ਫੇਰ ਹਸਪਤਾਲ ਨਾ ਲਿਜਾਣਾ ਪੈ ਜਾਵੇ। ਮੇਰੀ ਮੰਮੀ ਇਹ ਕਹਿ ਕੇ ਰੋਣ ਲੱਗ ਪਈ ਅਤੇ ਉਹਨਾਂ ਨੂੰ ਰੋਂਦਾ ਦੇਖ ਕੇ ਮੇਰਾ ਵੀ ਰੋਣਾ ਆ ਗਿਆ। ਪਰ ਉਹ ਮੈਨੂੰ ਜੋ ਕੁਝ ਕਰਨ ਲਈ ਕਹਿ ਰਹੀ ਸੀ ਉਹ ਮੈਂ ਨਹੀਂ ਕਰ ਸਕਦੀ ਸੀ। ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ। ਮੇਰੀ ਮੰਮੀ ਨੇ ਮੇਰੇ ਪੈਰ ਫੜ ਲਏ ਅਤੇ ਕਹਿਣ ਲੱਗੀ, ਹੁਣ ਸਾਡੀ ਇੱਜ਼ਤ ਤੇਰੇ ਹੱਥਾਂ ਵਿੱਚ ਹੈ। ਬਾਹਰ ਤੋਂ ਆਵਾਜ਼ਾਂ ਆ ਰਹੀਆਂ ਸਨ ਕਿ ਵਿਦਾਈ ਦੀਆਂ ਤਿਆਰੀਆਂ ਕਰੋ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਸੀ। ਮੰਮੀ ਨੇ ਜ਼ਬਰਦਸਤੀ ਮੇਰਾ ਹੱਥ ਖਿੱਚਿਆ ਅਤੇ ਮੈਨੂੰ ਮਾਸੀ ਦੇ ਕਮਰੇ ਵਿੱਚ ਲੈ ਗਈ ਅਤੇ ਮੈਨੂੰ ਕਿਹਾ ਕਿ ਫਟਾਫਟ ਇਹ ਲਹਿੰਗਾ ਪਾ ਲੈ। ਮੈਂ ਅਤੇ ਮੇਰੀ ਮੰਮੀ ਬਹੁਤ ਮਜਬੂਰ ਸੀ। ਨਾਨਾ-ਨਾਨੀ ਦੀ ਇੱਜ਼ਤ ਬਚਾਉਣ ਲਈ ਮੈਂ ਇਹ ਲਹਿੰਗਾ ਪਾ ਲਿਆ ਅਤੇ ਘੁੰਡ ਕੱਢ ਲਿਆ। ਬਾਹਰ ਤੋਂ ਲਗਾਤਾਰ ਦਰਵਾਜ਼ਾ ਖੜਕਾਇਆ ਜਾ ਰਿਹਾ ਸੀ ਕਿ ਕੁੜੀ ਨੂੰ ਜਲਦੀ ਬਾਹਰ ਲੈ ਕੇ ਆਓ, ਵਿਦਾ ਕਰਨ ਦਾ ਸਮਾਂ ਨਿਕਲਿਆ ਜਾ ਰਿਹਾ ਹੈ। ਸਭ ਨੂੰ ਆਪਣੇ-ਆਪਣੇ ਘਰ ਵੀ ਜਾਣਾ ਹੈ। ਮੇਰਾ ਦਿਲ ਹੋਰ ਵੀ ਜ਼ੋਰ-ਜ਼ੋਰ ਨਾਲ ਧੜਕਣ ਲੱਗਾ। ਦਰਵਾਜ਼ਾ ਖੁੱਲ੍ਹ ਚੁੱਕਿਆ ਸੀ। ਮੰਮੀ ਨੇ ਮੇਰਾ ਹੱਥ ਫੜ ਲਿਆ ਅਤੇ ਮੇਰੀ ਵਿਦਾਈ ਦੀ ਤਿਆਰੀ ਹੋਣ ਲੱਗੀ। ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਅਤੇ ਜਦੋਂ ਮੈਨੂੰ ਗੱਡੀ ਵਿੱਚ ਬਿਠਾਉਣ ਲੱਗੇ ਤਾਂ ਮੰਮੀ ਨੇ ਕਿਹਾ, ਮੇਰੀ ਭੈਣ ਮੇਰੇ ਨਾਲ ਬੈਠੇਗੀ। ਇਸ ਤਰ੍ਹਾਂ ਮੰਮੀ ਨੇ ਚਲਾਕੀ ਕਰਕੇ ਮੈਨੂੰ ਹਰਲੀਨ ਦੇ ਚਾਚੇ ਨਾਲ ਨਹੀਂ ਬੈਠਣ ਦਿੱਤਾ। ਮੈਨੂੰ ਆਪਣੀ ਕਿਸਮਤ 'ਤੇ ਰੋਣਾ ਆ ਰਿਹਾ ਸੀ। ਇਹ ਕਿਹੋ ਜਿਹੀ ਬੇਬਸੀ ਸੀ ਸਾਡੀ ਮਾਂ ਧੀ ਦੀ, ਅਤੇ ਮਾਸੀ ਨੇ ਸਾਡੇ ਨਾਲ ਕਿੰਨਾ ਬੁਰਾ ਕੀਤਾ ਸੀ। ਉਹਨਾਂ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਉਹ ਸਾਨੂੰ ਕਿੰਨੀ ਵੱਡੀ ਮੁਸੀਬਤ ਵਿੱਚ ਪਾ ਕੇ ਖੁਦ ਆਪਣੇ ਆਸ਼ਕ ਕੋਲ ਚਲੀ ਗਈ ਸੀ, ਉਹ ਵੀ ਸਾਰੀਆਂ ਰਸਮਾਂ ਤੋਂ ਬਾਅਦ। ਜੇਕਰ ਰਸਮਾਂ ਤੋਂ ਪਹਿਲਾਂ ਜਾਂਦੀ ਤਾਂ ਕੋਈ ਗੱਲ ਵੀ ਬਣਦੀ, ਪਰ ਵਿਆਹ ਕਰਨ ਤੋਂ ਬਾਅਦ ਕੀ ਤੁਕ ਬਣਦਾ ਸੀ, ਇਹ ਮੈਨੂੰ ਸਮਝ ਨਹੀਂ ਆ ਰਿਹਾ ਸੀ। ਸੋਚਦੀ ਹਾਂ ਕਿ ਕੁਝ ਲੋਕ ਕਿੰਨੇ ਮਤਲਬੀ ਹੁੰਦੇ ਹਨ ਆਪਣੇ ਮਕਸਦ ਲਈ। ਇਹ ਤੱਕ ਨਹੀਂ ਸੋਚਦੇ ਕਿ ਪਿੱਛੋਂ ਉਹਨਾਂ ਦੇ ਘਰ ਵਾਲਿਆਂ ਦਾ ਕੀ ਹਾਲ ਹੋਵੇਗਾ। ਮੈਨੂੰ ਮੰਮੀ ਨੇ ਆਪਣੇ ਨਾਲ ਗੱਡੀ ਵਿੱਚ ਬਿਠਾਇਆ। ਸਭ ਕਹਿ ਰਹੇ ਸਨ ਕਿ ਬਹੁਤ ਅਜੀਬ ਲੱਗ ਰਿਹਾ ਹੈ, ਕੁੜੀ ਮੁੰਡੇ ਨੂੰ ਇਕੱਠਾ ਬਿਠਾਉਣਾ ਚਾਹੀਦਾ ਹੈ। ਮੰਮੀ ਨੇ ਕਿਹਾ ਕਿ ਦੁਲਹਨ ਦੀ ਤਬੀਅਤ ਠੀਕ ਨਹੀਂ ਹੈ, ਇਸ ਲਈ ਕਹਿ ਰਹੀ ਹਾਂ। ਹਰਲੀਨ ਦੇ ਚਾਚਾ ਜੀ ਨੇ ਵੀ ਕਿਹਾ ਕਿ ਕੋਈ ਗੱਲ ਨਹੀਂ। ਅਸੀਂ ਘਰ ਪਹੁੰਚ ਚੁੱਕੇ ਸੀ। ਮੇਰੀ ਮੰਮੀ ਮੈਨੂੰ ਫੜ ਕੇ ਹਰਲੀਨ ਦੇ ਚਾਚਾ ਜੀ ਦੇ ਕਮਰੇ ਵਿੱਚ ਲੈ ਕੇ ਆਈ। ਮੇਰਾ ਦਿਲ ਬਹੁਤ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਅੱਗੇ ਕੀ ਹੋਣ ਵਾਲਾ ਸੀ ਮੈਨੂੰ ਨਹੀਂ ਪਤਾ ਸੀ। ਮੰਮੀ ਨੇ ਸਭ ਮਹਿਮਾਨਾਂ ਨੂੰ ਕਿਹਾ ਕਿ ਦੁਲਹਨ ਦੇ ਕਮਰੇ ਵਿੱਚ ਕੋਈ ਨਾ ਜਾਵੇ, ਉਸਨੂੰ ਬਹੁਤ ਚੱਕਰ ਆ ਰਹੇ ਹਨ, ਉਹ ਸੋ ਰਹੀ ਹੈ। ਇਸ ਲਈ ਕਮਰੇ ਵਿੱਚ ਕੋਈ ਨਹੀਂ ਆਇਆ ਸੀ। ਬਹੁਤ ਰਾਤ ਹੋ ਗਈ ਸੀ। ਹੌਲੀ-ਹੌਲੀ ਸਾਰੇ ਮਹਿਮਾਨ ਸੌਣ ਚਲੇ ਗਏ ਸਨ। ਮੰਮੀ ਨੇ ਮੈਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਕੁੰਡੀ ਲਗਾ ਦਿੱਤੀ, ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਜਾ ਰਹੀ ਹਾਂ ਤੇਰੀ ਮਾਸੀ ਨੂੰ ਲੱਭਣ। ਮੇਰੇ ਵਾਪਸ ਆਉਣ ਤੱਕ ਘੁੰਡ ਕੱਢ ਕੇ ਰੱਖੀ। ਮੈਂ ਹਰਲੀਨ ਦੇ ਚਾਚੇ ਨੂੰ ਕੋਈ ਨਾ ਕੋਈ ਬਹਾਨਾ ਬਣਾ ਦੇਵਾਂਗੀ ਅਤੇ ਉਹਨਾਂ ਨੂੰ ਬਾਹਰ ਰੋਕ ਲਵਾਂਗੀ। ਹੁਣ ਮੈਂ ਆਪਣੀ ਭੈਣ ਨੂੰ ਲੱਭਣ ਜਾਂਦੀ ਹਾਂ। ਮੈਨੂੰ ਆਪਣੀ ਮੰਮੀ 'ਤੇ ਤਰਸ ਆ ਰਿਹਾ ਸੀ। ਮਾਸੀ ਕਰਕੇ ਉਹ ਵਿਚਾਰੀ ਕਿੰਨੀ ਵੱਡੀ ਮੁਸੀਬਤ ਵਿੱਚ ਫਸ ਚੁੱਕੀ ਸੀ। ਸਿਰਫ ਉਹੀ ਨਹੀਂ, ਅਸੀਂ ਸਭ ਵੀ ਫਸ ਚੁੱਕੇ ਸੀ, ਪਰ ਕਿਸੇ ਨੂੰ ਇਹ ਗੱਲ ਨਹੀਂ ਪਤਾ ਸੀ ਸਿਵਾਏ ਮੇਰੀ ਮੰਮੀ ਦੇ ਅਤੇ ਮੇਰੇ। ਪਤਾ ਨਹੀਂ ਕੀ ਬਹਾਨਾ ਬਣਾ ਕੇ ਉਹਨਾਂ ਨੇ ਹਰਲੀਨ ਦੇ ਚਾਚਾ ਜੀ ਨੂੰ ਬਾਹਰ ਰੋਕ ਲਿਆ ਸੀ, ਪਰ ਬਾਹਰ ਉਹਨਾਂ ਦੀਆਂ ਗੱਲਾਂ ਕਰਨ ਦੀਆਂ ਆਵਾਜ਼ਾਂ ਆ ਰਹੀਆਂ ਸਨ। ਉਹ ਕੁਝ ਬਹਿਸ ਕਰ ਰਹੇ ਸਨ। ਫਿਰ ਹਰਲੀਨ ਦੇ ਚਾਚਾ ਜੀ ਨੇ ਕਿਹਾ, ਠੀਕ ਹੈ, ਮੈਂ ਨਹੀਂ ਜਾਂਦਾ ਕਮਰੇ ਵਿੱਚ। ਜ਼ਰੂਰ ਮੰਮੀ ਨੇ ਕੋਈ ਬਹਾਨਾ ਬਣਾਇਆ ਹੋਵੇਗਾ। ਮੈਂ ਵਾਰ-ਵਾਰ ਦਰਵਾਜ਼ੇ ਵੱਲ ਵੇਖ ਰਹੀ ਸੀ, ਪਰ ਮੈਨੂੰ ਤਸੱਲੀ ਹੋ ਗਈ ਸੀ ਕਿ ਹਰਲੀਨ ਦੇ ਚਾਚਾ ਜੀ ਕਮਰੇ ਵਿੱਚ ਨਹੀਂ ਆਉਣਗੇ। ਮੇਰੀ ਮੰਮੀ ਮੈਨੂੰ ਇਸ ਹਾਲਤ ਵਿੱਚ ਛੱਡ ਕੇ ਆਪਣੀ ਭੈਣ ਨੂੰ ਲੱਭਣ ਚਲੀ ਗਈ ਸੀ। ਮੈਂ ਦੁਲਹਨ ਦੇ ਰੂਪ ਵਿੱਚ ਬੈਠੀ ਹੋਈ ਸੀ।
ਬਹੁਤ ਦੇਰ ਤੱਕ ਟੈਨਸ਼ਨ ਕਰਕੇ ਮੈਂ ਜਾਗਦੀ ਰਹੀ। ਸਾਰੇ ਦਿਨ ਦੀ ਥਕਾਵਟ ਵੀ ਸੀ। ਮੇਰੀਆਂ ਅੱਖਾਂ ਭਾਰੀ ਹੋ ਰਹੀਆਂ ਸਨ। ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਜਗਾਇਆ ਹੋਇਆ ਸੀ, ਪਰ ਮੈਂ ਹੋਰ ਨਹੀਂ ਜਾਗ ਸਕਦੀ ਸੀ। ਨੀਂਦ ਪੂਰੀ ਤਰ੍ਹਾਂ ਨਾਲ ਮੇਰੇ ਉੱਪਰ ਹਾਵੀ ਹੋ ਚੁੱਕੀ ਸੀ ਅਤੇ ਮੈਨੂੰ ਪਤਾ ਹੀ ਨਹੀਂ ਚੱਲਿਆ ਕਿ ਮੈਂ ਕਦੋਂ ਸੋ ਗਈ। ਸੱਚ ਕਹਿੰਦੇ ਹਨ ਕਿ ਨੀਂਦ ਤਾਂ ਸੂਲੀ ਤੇ ਵੀ ਆ ਜਾਂਦੀ ਹੈ। ਮੈਂ ਵੀ ਇੱਕ ਤਰ੍ਹਾਂ ਨਾਲ ਸੂਲੀ ਤੇ ਹੀ ਲਟਕੀ ਹੋਈ ਸੀ। ਮੈਂ ਇੰਨੀ ਗੂੜੀ ਨੀਂਦ ਵਿੱਚ ਸੋ ਗਈ ਕਿ ਮੈਨੂੰ ਆਸੇ-ਪਾਸੇ ਦਾ ਕੋਈ ਹੋਸ਼ ਹੀ ਨਹੀਂ ਰਿਹਾ ਸੀ। ਅਚਾਨਕ ਮੈਨੂੰ ਨੀਂਦ ਵਿੱਚ ਮਹਿਸੂਸ ਹੋਇਆ ਕਿ ਕੋਈ ਮੈਨੂੰ ਝੰਜੋੜ ਕੇ ਜਗਾ ਰਿਹਾ ਹੈ। ਮੈਂ ਅੱਖਾਂ ਮਲਦੀ ਹੋਈ ਉੱਠੀ ਤਾਂ ਸਾਹਮਣੇ ਹਰਲੀਨ ਦੇ ਚਾਚਾ ਜੀ ਨੂੰ ਦੇਖ ਕੇ ਮੇਰੀ ਰੂਹ ਕੰਬ ਗਈ ਅਤੇ ਮੈਨੂੰ ਦੇਖ ਕੇ ਉਹ ਸੁੰਨ ਹੋ ਗਏ। ਇਹ ਇੰਨਾ ਅਜੀਬ ਪਲ ਸੀ ਕਿ ਮੇਰਾ ਦਿਲ ਕਰ ਰਿਹਾ ਸੀ ਕਿ ਹੁਣੇ ਜ਼ਮੀਨ ਫਟ ਜਾਵੇ ਅਤੇ ਮੈਂ ਉਸ ਵਿੱਚ ਸਮਾ ਜਾਵਾਂ। ਹਰਲੀਨ ਦੇ ਚਾਚਾ ਜੀ ਨੇ ਗੁੱਸੇ ਵਿੱਚ ਮੇਰੇ ਵੱਲ ਵੇਖਿਆ ਅਤੇ ਮੈਂ ਲਹਿੰਗਾ ਸੰਭਾਲਦੇ ਹੋਏ ਖੜੀ ਹੋ ਗਈ। ਮੈਨੂੰ ਆਪਣੀ ਦੁਲਹਨ ਦੀ ਜਗ੍ਹਾ ਦੇਖ ਕੇ ਉਹਨਾਂ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਸੀ। ਮੈਂ ਕੁਝ ਬੋਲਣਾ ਚਾਹਿਆ, ਪਰ ਮੇਰੇ ਬੋਲਣ ਤੋਂ ਪਹਿਲਾਂ ਹੀ ਹਰਲੀਨ ਦੇ ਚਾਚਾ ਜੀ ਨੇ ਇੱਕ ਜ਼ੋਰਦਾਰ ਥੱਪੜ ਮੈਨੂੰ ਮਾਰਿਆ ਅਤੇ ਮੈਂ ਇੱਕ ਝਟਕੇ ਵਿੱਚ ਜ਼ਮੀਨ ਤੇ ਗਿਰ ਗਈ। ਮੈਂ ਦੁਖੀ ਹੋ ਕੇ ਉਹਨਾਂ ਵੱਲ ਵੇਖਿਆ ਅਤੇ ਆਪਣੀ ਗੱਲ੍ਹ ਤੇ ਹੱਥ ਰੱਖਿਆ ਜੋ ਥੱਪੜ ਕਰਕੇ ਲਾਲ ਹੋ ਗਈ ਸੀ। ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਸਨ। ਉਹਨਾਂ ਨੇ ਮੇਰਾ ਹੱਥ ਫੜ ਕੇ ਮੈਨੂੰ ਖੜਾ ਕੀਤਾ ਅਤੇ ਫਿਰ ਪੁੱਛਿਆ ਕਿ ਮੈਂ ਇੰਨੀ ਗਿਰੀ ਹੋਈ ਹਰਕਤ ਕਿਉਂ ਕੀਤੀ ਹੈ, ਕਿਉਂ ਮੈਂ ਉਹਨਾਂ ਦੀ ਦੁਲਹਨ ਦੀ ਜਗ੍ਹਾ ਆ ਕੇ ਬੈਠ ਗਈ ਹਾਂ। ਉਹ ਮੈਨੂੰ ਝੰਜੋੜ ਕੇ ਮੈਥੋਂ ਸਵਾਲ ਪੁੱਛਦੇ ਰਹੇ। ਉਹਨਾਂ ਦੀ ਹਾਲਤ ਬਹੁਤ ਬੁਰੀ ਹੋ ਚੁੱਕੀ ਸੀ ਅਤੇ ਮੈਂ ਲਗਾਤਾਰ ਰੋ ਰਹੀ ਸੀ। ਮੇਰੇ ਤੋਂ ਕੁਝ ਬੋਲਿਆ ਨਹੀਂ ਜਾ ਰਿਹਾ ਸੀ। ਮੈਂ ਬੋਲਦੀ ਵੀ ਤਾਂ ਕੀ ਬੋਲਦੀ। ਮੈਂ ਖੁਦ ਸ਼ਰਮਿੰਦਾ ਹੋ ਰਹੀ ਸੀ। ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਮੇਰੀ ਦੁਲਹਨ ਦੇ ਕੱਪੜੇ ਪਾ ਕੇ ਤੂੰ ਮੇਰੇ ਬੈੱਡ ਤੇ ਬੈਠੀ ਹੋਈ ਹੈ। ਤੈਨੂੰ ਕੁਝ ਸ਼ਰਮ ਹੈ ਜਾਂ ਨਹੀਂ? ਮੈਂ ਤੇਰੇ ਚਾਚੇ ਵਰਗਾ ਹਾਂ। ਮੈਂ ਤੈਨੂੰ ਹਰਲੀਨ ਦੀ ਤਰ੍ਹਾਂ ਪਿਆਰ ਕਰਦਾ ਹਾਂ। ਤੈਨੂੰ ਕੁਝ ਅਹਿਸਾਸ ਵੀ ਹੈ? ਕਿਉਂ ਕਰ ਰਹੀ ਹੈ ਇਹ ਸਭ? ਅਤੇ ਮੇਰੀ ਪਤਨੀ ਕਿੱਥੇ ਹੈ? ਕਿੱਥੇ ਹੈ ਤੇਰੀ ਮਾਸੀ? ਤੂੰ ਮੈਨੂੰ ਕੁਝ ਕਿਉਂ ਨਹੀਂ ਦੱਸ ਰਹੀ? ਚਾਚਾ ਜੀ ਗੁੱਸੇ ਵਿੱਚ ਪਾਗਲ ਹੋ ਰਹੇ ਸਨ। ਉਹਨਾਂ ਦੀ ਪਤਨੀ ਕਿੱਥੇ ਸੀ? ਉਹਨਾਂ ਨੂੰ ਸ਼ਾਇਦ ਇਸ ਗੱਲ ਦੀ ਵੀ ਇੰਨੀ ਚਿੰਤਾ ਨਹੀਂ ਸੀ ਜਿੰਨੀ ਆਪਣੀ ਪਤਨੀ ਦੀ ਜਗ੍ਹਾ ਮੈਨੂੰ ਦੇਖ ਕੇ ਹੋ ਰਹੀ ਸੀ। ਮੈਂ ਉਹਨਾਂ ਦੀ ਹਾਲਤ ਸਮਝ ਸਕਦੀ ਸੀ। ਜੋ ਉਹਨਾਂ ਦੀ ਹਾਲਤ ਸੀ ਉਹੀ ਮੇਰੀ ਵੀ ਹੋ ਰਹੀ ਸੀ। ਇਹ ਅਜਿਹਾ ਪਲ ਸੀ ਜੋ ਮੈਥੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ। ਮੇਰੀ ਮੰਮੀ ਅਤੇ ਮੇਰੀ ਮਾਸੀ ਮੈਨੂੰ ਬਹੁਤ ਵੱਡੀ ਮੁਸੀਬਤ ਵਿੱਚ ਇਕੱਲੀ ਛੱਡ ਕੇ ਜਾ ਚੁੱਕੀਆਂ ਸਨ। ਮੈਂ ਇਸ ਹਰਕਤ ਲਈ ਕਦੇ ਵੀ ਆਪਣੀ ਮਾਸੀ ਨੂੰ ਮਾਫ਼ ਨਹੀਂ ਕਰਾਂਗੀ। ਮੈਂ ਕਿਹਾ, ਭੱਜ ਗਈ ਹੈ ਤੁਹਾਡੀ ਪਤਨੀ ਆਪਣੇ ਪੁਰਾਣੇ ਆਸ਼ਿਕ ਨਾਲ, ਅਤੇ ਮੇਰੀ ਮੰਮੀ ਆਪਣੀ ਅਤੇ ਤੁਹਾਡੀ ਇੱਜ਼ਤ ਬਚਾਉਣ ਲਈ ਮੈਨੂੰ ਇੱਥੇ ਬਿਠਾ ਕੇ ਮਾਸੀ ਨੂੰ ਲੱਭਣ ਚਲੀ ਗਈ ਹੈ। ਮੈਂ ਰੋਂਦੇ ਹੋਏ ਕਿਹਾ। ਹਰਲੀਨ ਦੇ ਚਾਚਾ ਜੀ ਆਪਣਾ ਸਿਰ ਫੜ ਕੇ ਉੱਥੇ ਹੀ ਬੈਠ ਗਏ ਅਤੇ ਉਹਨਾਂ ਨੇ ਮੈਨੂੰ ਕਿਹਾ, ਦਫ਼ਾ ਹੋ ਜਾ ਇੱਥੋਂ ਅਤੇ ਇਹ ਕੱਪੜੇ ਵੀ ਬਦਲ। ਮੈਂ ਕਿਹਾ, ਮੈਂ ਬਾਹਰ ਨਹੀਂ ਜਾ ਸਕਦੀ। ਬਾਹਰ ਮਹਿਮਾਨ ਹਨ। ਤੁਸੀਂ ਹਰਲੀਨ ਦੇ ਕਮਰੇ ਵਿੱਚੋਂ ਮੈਨੂੰ ਮੇਰੇ ਕੱਪੜੇ ਲਿਆ ਕੇ ਦੇਵੋ। ਮੇਰੀ ਗੱਲ ਸੁਣ ਕੇ ਉਹਨਾਂ ਨੂੰ ਗੁੱਸਾ ਤਾਂ ਬਹੁਤ ਆ ਰਿਹਾ ਸੀ, ਪਰ ਜੋ ਵੀ ਸੀ ਮੈਨੂੰ ਕੱਪੜੇ ਬਦਲਣੇ ਸਨ। ਉਹ ਹਰਲੀਨ ਦੇ ਕਮਰੇ ਵਿੱਚ ਚਲੇ ਗਏ। ਉਹ ਸੋ ਰਹੀ ਸੀ। ਮੈਂ ਉਹਨਾਂ ਨੂੰ ਦੱਸ ਦਿੱਤਾ ਕਿ ਮੇਰੇ ਕੱਪੜੇ ਕਿੱਥੇ ਪਏ ਹਨ ਅਤੇ ਉਹ ਮੇਰੇ ਕੱਪੜੇ ਲੈ ਆਏ। ਮੈਂ ਉਸ ਸੂਟ ਨੂੰ ਲੈ ਕੇ ਬਾਥਰੂਮ ਵਿੱਚ ਚਲੀ ਗਈ ਅਤੇ ਕੱਪੜੇ ਬਦਲੇ। ਮੈਂ ਇੰਨਾ ਰੋ ਰਹੀ ਸੀ ਜਿੰਨਾ ਮੈਂ ਕਦੇ ਆਪਣੀ ਪੂਰੀ ਜ਼ਿੰਦਗੀ ਵਿੱਚ ਵੀ ਨਹੀਂ ਰੋਈ ਸੀ। ਬਾਹਰ ਕੁਝ ਮਹਿਮਾਨ ਬੈਠੇ ਸਨ, ਇਸ ਲਈ ਮੈਂ ਬਾਹਰ ਵੀ ਨਹੀਂ ਜਾ ਸਕਦੀ ਸੀ। ਮੈਂ ਵੀ ਹਰਲੀਨ ਦੇ ਚਾਚਾ ਜੀ ਦੇ ਸਾਹਮਣੇ ਬੈਠ ਗਈ। ਉਹ ਫੁੱਟ ਕੇ ਰੋਣ ਲੱਗੇ। ਮੈਂ ਉਹਨਾਂ ਦੀ ਹਾਲਤ ਸਮਝ ਸਕਦੀ ਸੀ। ਮੈਂ ਉਹਨਾਂ ਨੂੰ ਕਿਹਾ, ਤੁਸੀਂ ਨਾ ਰੋਵੋ, ਮਾਸੀ ਆ ਜਾਵੇਗੀ। ਮੇਰੀ ਗੱਲ ਸੁਣ ਕੇ ਉਹਨਾਂ ਨੂੰ ਗੁੱਸਾ ਆ ਗਿਆ। ਉਹਨਾਂ ਨੇ ਕਿਹਾ, ਮੈਨੂੰ ਤੇਰੀ ਮਾਸੀ ਦੀ ਜ਼ਰੂਰਤ ਨਹੀਂ ਹੈ। ਮੈਂ ਉਸਨੂੰ ਸ਼ਰੀਫ ਕੁੜੀ ਸਮਝ ਕੇ ਪਸੰਦ ਕਰ ਬੈਠਾ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਵਿਆਹ ਤੋਂ ਬਾਅਦ ਮੇਰੇ ਮੂੰਹ ਤੇ ਕਾਲਖ ਮਲ ਕੇ ਕਿਸੇ ਹੋਰ ਨਾਲ ਭੱਜ ਜਾਵੇਗੀ। ਅਤੇ ਮੈਨੂੰ ਤੇਰੀ ਮਾਂ ਤੋਂ ਇਹ ਉਮੀਦ ਨਹੀਂ ਸੀ ਕਿ ਉਹ ਮੇਰੀ ਦੁਲਹਨ ਦੀ ਜਗ੍ਹਾ ਤੈਨੂੰ ਬਿਠਾ ਦੇਵੇਗੀ। ਆਪਣੀ ਪਤਨੀ ਨੂੰ ਤਾਂ ਸ਼ਾਇਦ ਮੈਂ ਮਾਫ਼ ਕਰ ਵੀ ਦੇਵਾਂ, ਪਰ ਤੇਰੀ ਮਾਂ ਨੂੰ ਮੈਂ ਕਦੇ ਮਾਫ਼ ਨਹੀਂ ਕਰਾਂਗਾ, ਜਿਸਨੇ ਆਪਣੇ ਮਤਲਬ ਲਈ ਤੈਨੂੰ ਇਸਤੇਮਾਲ ਕੀਤਾ। ਇਹ ਗੱਲ ਮੈਨੂੰ ਬਹੁਤ ਤਕਲੀਫ ਦੇ ਰਹੀ ਹੈ। ਮੈਂ ਸਮਝ ਸਕਦੀ ਸੀ ਜੋ ਉਹਨਾਂ ਤੇ ਗੁਜ਼ਰ ਰਹੀ ਸੀ ਉਹ ਮੇਰੇ ਤੇ ਗੁਜ਼ਰ ਰਹੀ ਸੀ। ਸਾਰੇ ਮਹਿਮਾਨ ਸੋ ਚੁੱਕੇ ਸਨ। ਰਾਤ ਦਾ 1 ਵੱਜ ਰਿਹਾ ਸੀ। ਅਚਾਨਕ ਦਰਵਾਜ਼ਾ ਖੋਲ੍ਹਿਆ ਅਤੇ ਮੈਂ ਦੇਖਿਆ ਕਿ ਚਾਦਰ ਲਪੇਟੀ ਇੱਕ ਕੁੜੀ ਮੇਰੀ ਮੰਮੀ ਨਾਲ ਖੁਫੀਆ ਤਰੀਕੇ ਨਾਲ ਅੰਦਰ ਆਈ। ਤਾਂ ਮੈਂ ਅਤੇ ਚਾਚਾ ਜੀ ਸਮਝ ਗਏ ਸੀ ਕਿ ਉਹ ਕੌਣ ਹੈ। ਮੇਰੀ ਮੰਮੀ ਨੇ ਕਿਹਾ ਕਿ ਆ ਗਈ ਹੈ ਤੇਰੀ ਮਾਸੀ। ਕਮਰੇ ਵਿੱਚ ਹਰਲੀਨ ਦੇ ਚਾਚਾ ਜੀ ਨੂੰ ਦੇਖ ਕੇ ਮੰਮੀ ਸਮਝ ਚੁੱਕੀ ਸੀ ਕਿ ਉਹਨਾਂ ਨੂੰ ਸਭ ਪਤਾ ਚੱਲ ਗਿਆ ਹੈ। ਮੇਰੇ ਬਦਲੇ ਹੋਏ ਕੱਪੜੇ ਉਹਨਾਂ ਨੂੰ ਸਾਰੀ ਕਹਾਣੀ ਦੱਸ ਰਹੇ ਸਨ। ਚਾਚਾ ਜੀ ਦੀ ਹਾਲਤ ਵੀ ਮੰਮੀ ਦੇਖ ਚੁੱਕੀ ਸੀ।
ਮੈਂ ਤੁਹਾਨੂੰ ਇਸ ਗੱਲ ਲਈ ਕਦੇ ਮਾਫ਼ ਨਹੀਂ ਕਰਾਂਗਾ। ਜੇਕਰ ਤੁਹਾਡੀ ਭੈਣ ਭੱਜ ਗਈ ਸੀ ਤਾਂ ਉਸ ਵਿੱਚ ਇਸ ਕੁੜੀ ਦਾ ਕੀ ਕਸੂਰ ਸੀ? ਤੁਹਾਨੂੰ ਜੇਕਰ ਆਪਣੀ ਭੈਣ ਨੂੰ ਲੱਭਣਾ ਸੀ ਤਾਂ ਲੱਭ ਲੈਂਦੇ। ਇਸ ਨੂੰ ਕਿਉਂ ਇਸ ਸਭ ਵਿੱਚ ਘੜੀਸਿਆ? ਇਸ ਦੀ ਉਮਰ ਹੀ ਕੀ ਹੈ? ਸਿਰਫ 17 ਸਾਲ। ਇਸ ਨੂੰ ਮੈਂ ਆਪਣੀ ਧੀ ਸਮਝਦਾ ਹਾਂ ਅਤੇ ਤੁਸੀਂ ਮੇਰੀ ਧੀ ਨਾਲ ਇਹ ਸਭ ਕੁਝ ਕੀਤਾ। ਮੇਰੇ ਦਿਮਾਗ ਦੀਆਂ ਨਸਾਂ ਫਟੀਆਂ ਜਾ ਰਹੀਆਂ ਸਨ। ਅਹਿਸਾਸ ਵੀ ਹੈ ਤੁਹਾਨੂੰ ਕਿ ਜਦੋਂ ਮੈਂ ਕਮਰੇ ਦੇ ਅੰਦਰ ਆਇਆ ਅਤੇ ਮੈਂ ਆਪਣੀ ਦੁਲਹਨ ਦੀ ਜਗ੍ਹਾ ਤੁਹਾਡੀ ਬੇਟੀ ਨੂੰ ਦੇਖਿਆ ਤਾਂ ਮੇਰੇ ਦਿਲ ਤੇ ਕਿਸ ਤਰ੍ਹਾਂ ਦੇ ਖੰਜਰ ਚੱਲੇ ਸਨ, ਤੁਸੀਂ ਸਮਝ ਨਹੀਂ ਸਕਦੇ। ਉਹ ਗੁੱਸੇ ਨਾਲ ਪਾਗਲ ਹੋ ਰਹੇ ਸਨ ਅਤੇ ਮੰਮੀ ਨੂੰ ਕਹਿ ਰਹੇ ਸਨ ਕਿ ਇਸ ਨੂੰ ਆਪਣੇ ਨਾਲ ਕਿਉਂ ਲੈ ਕੇ ਆਏ ਹੋ? ਮੈਂ ਇਸ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦਾ। ਮੈਂ ਭਲਾ ਕਿਵੇਂ ਉਸ ਕੁੜੀ ਨੂੰ ਆਪਣੇ ਨਾਲ ਰੱਖ ਸਕਦਾ ਹਾਂ ਜੋ ਵਿਆਹ ਤੋਂ ਬਾਅਦ ਭੱਜ ਗਈ ਸੀ ਆਪਣੇ ਆਸ਼ਕ ਨਾਲ? ਉਹਨਾਂ ਨੇ ਮਾਸੀ ਵੱਲ ਦੇਖਦੇ ਹੋਏ ਕਿਹਾ। ਮਾਸੀ ਨੇ ਕਿਹਾ, ਮੈਂ ਭੱਜੀ ਨਹੀਂ ਸੀ, ਮੈਨੂੰ ਅਗਵਾ ਕੀਤਾ ਗਿਆ ਸੀ। ਮੈਂ ਉਸ ਮੁੰਡੇ ਨਾਲ ਸੰਬੰਧ ਖਤਮ ਕਰ ਚੁੱਕੀ ਸੀ। ਮੈਂ ਉਸ ਦੀ ਅਸਲੀਅਤ ਪਹਿਚਾਣ ਗਈ ਸੀ, ਇਸ ਲਈ ਮੈਂ ਤੁਹਾਡੇ ਨਾਲ ਵਿਆਹ ਲਈ ਹਾਮੀ ਭਰੀ ਸੀ। ਮੈਂ ਤੁਹਾਡੇ ਨਾਲ ਵਿਆਹ ਕਰਕੇ ਬਹੁਤ ਖੁਸ਼ ਸੀ, ਪਰ ਮੈਂ ਫੇਰਿਆਂ ਤੋਂ ਬਾਅਦ ਜਿਵੇਂ ਹੀ ਆਪਣੇ ਕਮਰੇ ਵਿੱਚ ਗਈ ਤਾਂ ਉਹ ਮੁੰਡਾ ਉੱਥੇ ਹੀ ਮੌਜੂਦ ਸੀ ਅਤੇ ਗਨ ਪੁਆਇੰਟ ਤੇ ਮੈਨੂੰ ਆਪਣੇ ਨਾਲ ਚੱਲਣ ਲਈ ਕਿਹਾ ਅਤੇ ਕਿਹਾ ਕਿ ਜੇਕਰ ਮੈਂ ਨਾ ਗਈ ਤਾਂ ਉਹ ਤੁਹਾਨੂੰ ਜਾਨ ਤੋਂ ਮਾਰ ਦੇਵੇਗਾ। ਮੈਨੂੰ ਤੁਹਾਡੀ ਫਿਕਰ ਸੀ, ਇਸ ਲਈ ਮਜਬੂਰਨ ਮੈਨੂੰ ਉਸ ਨਾਲ ਜਾਣਾ ਪਿਆ, ਪਰ ਉੱਥੋਂ ਵੀ ਮੈਂ ਬਚ ਬਚਾ ਕੇ ਨਿਕਲ ਗਈ ਅਤੇ ਰਸਤੇ ਵਿੱਚ ਮੈਨੂੰ ਦੀਦੀ ਮਿਲ ਗਈ। ਉਹਨਾਂ ਨੇ ਮੈਨੂੰ ਦੇਖ ਲਿਆ ਅਤੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਕਿ ਮੈਂ ਉਹਨਾਂ ਦੀ ਇੱਜ਼ਤ ਨੂੰ ਦਾਗਦਾਰ ਕਰ ਦਿੱਤਾ ਹੈ। ਪਾਪਾ ਦੀ ਕੀ ਹਾਲਤ ਹੈ ਇਹ ਮੈਨੂੰ ਚੰਗੀ ਤਰ੍ਹਾਂ ਪਤਾ ਹੈ। ਇਸ ਵਿੱਚ ਮੇਰੀ ਕੋਈ ਗਲਤੀ ਨਹੀਂ ਹੈ। ਮੇਰੀ ਗਲਤੀ ਸਿਰਫ ਇੰਨੀ ਸੀ ਕਿ ਮੈਂ ਉਸ ਆਦਮੀ ਦੀਆਂ ਗੱਲਾਂ ਵਿੱਚ ਆ ਗਈ ਸੀ, ਪਰ ਜਲਦੀ ਹੀ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਉਹ ਇਨਸਾਨ ਨਹੀਂ ਬਲਕਿ ਹੈਵਾਨ ਹੈ, ਤਾਂ ਮੈਂ ਉਸ ਨੂੰ ਛੱਡ ਦਿੱਤਾ। ਉਹ ਲਗਾਤਾਰ ਮੈਨੂੰ ਬਲੈਕਮੇਲ ਕਰ ਰਿਹਾ ਸੀ, ਪਰ ਮੈਂ ਉਸ ਦੀਆਂ ਗੱਲਾਂ ਵਿੱਚ ਨਹੀਂ ਆ ਰਹੀ ਸੀ। ਪਰ ਉਸ ਦੇ ਹੱਥ ਵਿੱਚ ਪਿਸਤੌਲ ਦੇਖ ਕੇ ਮੈਂ ਬਹੁਤ ਡਰ ਗਈ ਸੀ। ਉਹ ਕੁਝ ਵੀ ਕਰ ਸਕਦਾ ਸੀ। ਇੰਨੇ ਸਾਰੇ ਮਹਿਮਾਨਾਂ ਵਿੱਚ ਸਾਡੀ ਬਦਨਾਮੀ ਹੁੰਦੀ। ਮੈਨੂੰ ਪਤਾ ਸੀ ਕਿ ਮੇਰੇ ਪਿੱਛੋਂ ਮੇਰੀ ਦੀਦੀ ਕੋਈ ਨਾ ਕੋਈ ਗੱਲ ਬਣਾ ਦੇਵੇਗੀ, ਉਹ ਮੇਰੀ ਜਗ੍ਹਾ ਕਿਸੇ ਨੂੰ ਬਿਠਾ ਦੇਵੇਗੀ, ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਮੇਰੀ ਭਾਣਜੀ ਨੂੰ ਹੀ ਬਿਠਾ ਦੇਵੇਗੀ। ਮਾਸੀ ਨੇ ਆਪਣੀ ਸਫਾਈ ਦੇ ਦਿੱਤੀ, ਪਰ ਸਾਡੀ ਸਮਝ ਵਿੱਚ ਕੁਝ ਨਹੀਂ ਆ ਰਿਹਾ ਸੀ। ਚਾਚਾ ਜੀ ਦੇ ਦਿਲ ਵਿੱਚ ਵੀ ਬੁਰੇ ਖਿਆਲ ਘਰ ਕਰ ਚੁੱਕੇ ਸਨ। ਭਲਾ ਇੱਕ ਆਦਮੀ ਜਿਸ ਨੂੰ ਪਤਾ ਹੋਵੇ ਕਿ ਵਿਆਹ ਤੋਂ ਪਹਿਲਾਂ ਉਸਦੀ ਪਤਨੀ ਦਾ ਕਿਸੇ ਨਾਲ ਚੱਕਰ ਸੀ ਤਾਂ ਉਹ ਕਿਉਂ ਉਸ ਕੁੜੀ ਨੂੰ ਅਪਣਾਏਗਾ? ਇੰਨਾ ਵੱਡਾ ਹਾਦਸਾ ਹੋ ਗਿਆ ਸੀ ਅਤੇ ਸਾਡੇ ਚਾਰਾਂ ਦੇ ਇਲਾਵਾ ਕਿਸੇ ਨੂੰ ਪਤਾ ਨਹੀਂ ਸੀ। ਚਾਚਾ ਜੀ ਮੈਨੂੰ ਹਰਲੀਨ ਦੀ ਤਰ੍ਹਾਂ ਹੀ ਪਿਆਰ ਕਰਦੇ ਸਨ। ਮੈਂ ਉਹਨਾਂ ਨੂੰ ਕਿਹਾ ਕਿ ਮਾਸੀ ਨੂੰ ਮਾਫ਼ ਕਰ ਦਿਓ, ਉਹਨਾਂ ਤੋਂ ਗਲਤੀ ਹੋ ਗਈ ਹੈ। ਗਲਤੀ ਤਾਂ ਕਿਸੇ ਤੋਂ ਵੀ ਹੋ ਸਕਦੀ ਹੈ, ਪਰ ਮਾਸੀ ਨੂੰ ਆਪਣੀ ਗਲਤੀ ਦਾ ਅਹਿਸਾਸ ਸੀ ਅਤੇ ਉਹ ਭੱਜੀ ਨਹੀਂ ਸੀ, ਉਹਨਾਂ ਨੂੰ ਅਗਵਾ ਕੀਤਾ ਗਿਆ ਸੀ। ਮੈਂ ਰੋਂਦੇ ਹੋਏ ਚਾਚਾ ਜੀ ਨੂੰ ਕਿਹਾ ਤਾਂ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਅਤੇ ਕਿਹਾ, ਤੂੰ ਕਿਉਂ ਰੋ ਰਹੀ ਹੈ? ਤੂੰ ਹਰਲੀਨ ਦੇ ਕਮਰੇ ਵਿੱਚ ਜਾ ਕੇ ਸੌਂ ਜਾ, ਮੈਂ ਆਪਣੇ ਆਪ ਸਭ ਦੇਖ ਲਵਾਂਗਾ। ਪਰ ਮੈਂ ਕਿਹਾ, ਜਦੋਂ ਤੱਕ ਤੁਸੀਂ ਮੇਰੀ ਮਾਸੀ ਨੂੰ ਮਾਫ਼ ਨਹੀਂ ਕਰੋਗੇ ਮੈਂ ਨਹੀਂ ਜਾਵਾਂਗੀ। ਮੈਂ ਲਗਾਤਾਰ ਰੋ ਰਹੀ ਸੀ। ਚਾਚਾ ਜੀ ਕੋਈ ਫੈਸਲਾ ਨਹੀਂ ਕਰ ਪਾ ਰਹੇ ਸਨ। ਖੈਰ, ਮੈਂ ਹਰਲੀਨ ਦੇ ਕਮਰੇ ਵਿੱਚ ਆ ਕੇ ਚੁੱਪਚਾਪ ਸੌਂ ਗਈ, ਪਰ ਨੀਂਦ ਵਿੱਚ ਮੈਨੂੰ ਪਤਾ ਨਹੀਂ ਕਿ ਕੀ ਹੋਇਆ। ਮੈਨੂੰ ਕੁਝ ਵੀ ਅੰਦਾਜ਼ਾ ਨਹੀਂ ਸੀ। ਮੈਂ ਸਵੇਰੇ ਉੱਠੀ ਤਾਂ ਹਰਲੀਨ ਨੇ ਕਿਹਾ, ਤੂੰ ਕੱਲ੍ਹ ਤੋਂ ਕਿੱਥੇ ਹੈ? ਮੈਂ ਆਂਟੀ ਨੂੰ ਵੀ ਪੁੱਛਿਆ ਸੀ, ਪਰ ਉਹਨਾਂ ਨੂੰ ਵੀ ਤੇਰੇ ਬਾਰੇ ਕੁਝ ਨਹੀਂ ਪਤਾ ਸੀ। ਅਤੇ ਤੂੰ ਮੇਰੇ ਕਮਰੇ ਵਿੱਚ ਕਦੋਂ ਆਈ? ਮੈਨੂੰ ਤਾਂ ਪਤਾ ਹੀ ਨਹੀਂ। ਮੈਂ ਹਰਲੀਨ ਨੂੰ ਕਿਹਾ, ਮੈਂ ਨਾਨੀ ਦੇ ਘਰ ਵਿੱਚ ਹੀ ਸੀ, ਕਿਉਂਕਿ ਮੰਮੀ ਤਾਂ ਇੱਥੇ ਹੀ ਸੀ ਮਾਸੀ ਦੇ ਨਾਲ, ਇਸ ਲਈ ਮੈਂ ਰਾਤ ਨੂੰ ਪਾਪਾ ਦੇ ਨਾਲ ਆ ਗਈ ਸੀ ਅਤੇ ਮੈਂ ਤੇਰੇ ਕਮਰੇ ਵਿੱਚ ਆ ਕੇ ਦੇਖਿਆ ਤਾਂ ਤੂੰ ਸੋ ਰਹੀ ਸੀ, ਇਸ ਲਈ ਮੈਂ ਤੇਰੇ ਕੋਲ ਆ ਕੇ ਚੁੱਪਚਾਪ ਸੋ ਗਈ। ਉਸ ਤੋਂ ਬਾਅਦ ਅਸੀਂ ਦੋਨੋਂ ਕਮਰੇ ਤੋਂ ਬਾਹਰ ਆਈਆਂ ਤਾਂ ਸਭ ਕੁਝ ਨਾਰਮਲ ਸੀ। ਰਾਤ ਨੂੰ ਜੋ ਕੁਝ ਵੀ ਹੋਇਆ ਸੀ ਉਸਦੇ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਪਤਾ ਚੱਲਿਆ ਅਤੇ ਇਸ ਤਰ੍ਹਾਂ ਸਾਡੇ ਸਾਰਿਆਂ ਦੀ ਇੱਜ਼ਤ ਬਚ ਗਈ। ਪਰ ਵਿਆਹ ਦੀ ਪਹਿਲੀ ਰਾਤ ਹੀ ਹਰਲੀਨ ਦੇ ਚਾਚਾ ਅਤੇ ਮਾਸੀ ਦੇ ਰਿਸ਼ਤੇ ਵਿੱਚ ਦਰਾਰ ਆ ਗਈ ਸੀ। ਮੈਂ ਸਵੇਰੇ ਦੇਖਿਆ ਤਾਂ ਚਾਚਾ ਜੀ ਦਾ ਮੂਡ ਖਰਾਬ ਸੀ, ਉਹ ਬਹੁਤ ਉਦਾਸ ਲੱਗ ਰਹੇ ਸਨ। ਮਾਸੀ ਵੀ ਕਮਰੇ ਵਿੱਚੋਂ ਬਾਹਰ ਨਹੀਂ ਨਿਕਲੀ ਸੀ। ਫੇਰ ਤੋਂ ਮਹਿਮਾਨ ਆ ਗਏ ਸਨ ਅਤੇ ਮਹਿਮਾਨਾਂ ਦੇ ਸਾਹਮਣੇ ਤਾਂ ਸਭ ਨੂੰ ਡਰਾਮਾ ਕਰਨਾ ਸੀ, ਸੋ ਅਸੀਂ ਚਾਰਾਂ ਨੇ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ। ਸਾਡੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ। ਇੱਜ਼ਤ ਸਭ ਤੋਂ ਉੱਪਰ ਹੁੰਦੀ ਹੈ। ਮੈਨੂੰ ਅੱਜ ਅਹਿਸਾਸ ਹੋ ਗਿਆ ਸੀ, ਮੁਹੱਬਤ ਕੁਝ ਨਹੀਂ ਹੁੰਦੀ, ਜੋ ਕੁਝ ਵੀ ਹੁੰਦੀ ਹੈ ਇੱਜ਼ਤ ਹੁੰਦੀ ਹੈ। ਜੇਕਰ ਮੁਹੱਬਤ ਦੀ ਕੋਈ ਹਕੀਕਤ ਹੈ ਵੀ ਤਾਂ ਉਹ ਇੱਜ਼ਤ ਤੋਂ ਬਾਅਦ ਹੀ ਆਉਂਦੀ ਹੈ। ਬਹੁਤ ਸਾਲ ਹਰਲੀਨ ਦੇ ਚਾਚਾ ਜੀ ਅਤੇ ਮਾਸੀ ਵਿੱਚ ਗੱਲਬਾਤ ਬੰਦ ਰਹੀ। ਉਹ ਸਿਰਫ ਦੁਨੀਆ ਨੂੰ ਦਿਖਾਉਣ ਲਈ ਹੀ ਆਪਸ ਵਿੱਚ ਗੱਲ ਕਰਦੇ ਸਨ ਅਤੇ ਮਾਸੀ ਦੱਸਦੀ, ਜਿਵੇਂ ਹੀ ਅਸੀਂ ਸੌਣ ਲਈ ਕਮਰੇ ਵਿੱਚ ਜਾਂਦੇ
ਤਾਂ ਉਹਨਾਂ ਦੇ ਪਤੀ ਦੂਜੇ ਕਮਰੇ ਵਿੱਚ ਚਲੇ ਜਾਂਦੇ। ਚਾਚਾ ਜੀ ਤੋਂ ਮਾਸੀ ਦਾ ਵਜੂਦ ਆਪਣੇ ਕਮਰੇ ਵਿੱਚ ਬਰਦਾਸ਼ਤ ਨਹੀਂ ਹੋ ਰਿਹਾ ਸੀ। ਇਹ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਮਾਸੀ ਦੀ ਛੋਟੀ ਜਿਹੀ ਗਲਤੀ ਕਿੰਨੀ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਗਈ ਸੀ। ਅੱਜ ਉਹਨਾਂ ਦੇ ਵਿਆਹ ਨੂੰ 5 ਸਾਲ ਹੋ ਚੁੱਕੇ ਹਨ। ਹੌਲੀ-ਹੌਲੀ ਉਹਨਾਂ ਦੇ ਰਿਸ਼ਤੇ ਵਿੱਚ ਦਰਾਰ ਖਤਮ ਹੁੰਦੀ ਗਈ ਅਤੇ ਕਿਸੇ ਤਰ੍ਹਾਂ ਮਾਸੀ ਨੇ ਆਪਣੇ ਪਤੀ ਨੂੰ ਮਨਾ ਲਿਆ। ਮਾਸੀ ਬਹੁਤ ਸੋਹਣੀ ਸੀ। ਜ਼ਿਆਦਾ ਸਾਲ ਚਾਚਾ ਜੀ ਉਹਨਾਂ ਤੋਂ ਦੂਰ ਨਹੀਂ ਰਹਿ ਸਕੇ। ਅੱਜ ਉਹਨਾਂ ਦਾ ਇੱਕ ਪਿਆਰਾ ਜਿਹਾ ਬੇਟਾ ਵੀ ਹੈ। ਪਰ ਮਾਸੀ ਮੈਨੂੰ ਕਹਿੰਦੀ ਹੈ ਕਿ ਮੈਨੂੰ ਹਰਲੀਨ ਦੇ ਚਾਚਾ ਜੀ ਨੇ ਆਪਣੇ ਘਰ ਵਿੱਚ ਤਾਂ ਜਗ੍ਹਾ ਦੇ ਦਿੱਤੀ ਹੈ, ਪਰ ਅੱਜ ਵੀ ਉਹਨਾਂ ਦੀਆਂ ਨਜ਼ਰਾਂ ਵਿੱਚ ਮੈਂ ਇੱਕ ਗਿਰੀ ਹੋਈ ਔਰਤ ਹਾਂ। ਉਹ ਲੋਕਾਂ ਸਾਹਮਣੇ ਤਾਂ ਮੇਰੀ ਇੱਜ਼ਤ ਕਰਦੇ ਹਨ, ਪਰ ਦਿਲ ਤੋਂ ਮੇਰੀ ਇੱਜ਼ਤ ਨਹੀਂ ਕਰਦੇ। ਮੇਰੀ ਇੱਕ ਛੋਟੀ ਜਿਹੀ ਗਲਤੀ ਨੇ ਕਿੰਨਾ ਕੁਝ ਖਰਾਬ ਕਰ ਦਿੱਤਾ। ਕਾਸ਼ ਮੈਂ ਇਹ ਸਭ ਨਹੀਂ ਕਰਦੀ ਤਾਂ ਅੱਜ ਇੱਜ਼ਤ ਨਾਲ ਰਹਿੰਦੀ। ਚਾਚਾ ਜੀ ਨੇ ਮਾਸੀ ਨੂੰ ਦਿਲ ਤੋਂ ਮਾਫ਼ ਨਹੀਂ ਕੀਤਾ ਸੀ। ਸ਼ਾਇਦ ਉਹਨਾਂ ਦਾ ਦਿਲ ਇੰਨਾ ਵੱਡਾ ਨਹੀਂ ਸੀ ਕਿ ਉਹ ਇੱਕ ਔਰਤ ਦੀ ਗਲਤੀ ਨੂੰ ਮਾਫ਼ ਕਰ ਸਕਦੇ। ਉਹਨਾਂ ਨੇ ਆਪਣੀ ਇੱਜ਼ਤ ਬਚਾਉਣ ਲਈ ਮਾਸੀ ਨੂੰ ਆਪਣੇ ਨਾਲ ਰੱਖਿਆ ਸੀ। ਲੋਕ ਇੱਜ਼ਤ ਅਤੇ ਪਿਆਰ ਨੂੰ ਔਰਤ ਨਾਲ ਜੋੜ ਕੇ ਦੇਖਦੇ ਹਨ, ਪਰ ਸੱਚ ਤਾਂ ਇਹ ਹੈ ਕਿ ਆਦਮੀ ਨੂੰ ਜ਼ਿਆਦਾ ਫਿਕਰ ਹੁੰਦੀ ਹੈ ਆਪਣੀ ਇੱਜ਼ਤ ਦੀ। ਚਾਚਾ ਜੀ ਨੂੰ ਇਹ ਵੀ ਫਿਕਰ ਸੀ ਕਿ ਦੁਨੀਆ ਕੀ ਕਹੇਗੀ। ਉਹਨਾਂ ਦੀ ਪਤਨੀ ਭੱਜ ਗਈ ਸੀ ਉਹਨਾਂ ਨੂੰ ਛੱਡ ਕੇ। ਕਾਸ਼ ਚਾਚਾ ਜੀ ਵੀ ਆਪਣਾ ਦਿਲ ਵੱਡਾ ਕਰਦੇ। ਜਦੋਂ ਔਰਤ ਵੱਡੀ ਤੋਂ ਵੱਡੀ ਗਲਤੀ ਮਾਫ਼ ਕਰ ਸਕਦੀ ਹੈ ਮਰਦ ਦੀ, ਤਾਂ ਮਰਦ ਕਿਉਂ ਨਹੀਂ ਕਰ ਸਕਦਾ ਔਰਤ ਦੀ। ਮੈਂ ਬਸ ਇੰਨਾ ਕਹਾਂਗੀ ਕਿ ਇਸ ਸਮਾਜ ਦੇ ਮਰਦਾਂ ਨੂੰ ਆਪਣੀ ਸੋਚ ਵਿੱਚ ਬਦਲਾਵ ਲਿਆਉਣ ਦੀ ਜ਼ਰੂਰਤ ਹੈ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਬਾਰੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਨਾਲ ਹੀ ਘੰਟੀ ਨੂੰ ਦਬਾ ਕੇ ਆਲ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਤੁਰੰਤ ਮਿਲ ਜਾਵੇ। ਮੈਨੂੰ ਦਿਓ ਅਗਲੀ ਵੀਡੀਓ ਤੱਕ ਇਜਾਜ਼ਤ। ਤਦ ਤੱਕ ਲਈ ਧੰਨਵਾਦ।